सतनाम। श्री वाहिगुरु साहिब जी। भगतां की चाल निराली, चाला निराली भगतां केरी, बिख मार्ग चलना, लभ लोभ हिंकार तज तृष्णा बहुत नाही भुलना। खन्यों तिखी वालों निकी एत मार्ग जाना। गुर प्रसादी जिन्हीं आप तजया, हर वासना समानी। कहे नानक चाल भगतां जुगो जुग निराली। श्री वाहिगुरु जी का खालसा, श्री वाहिगुरु जी की फतेह। प्यारी साध संगत जी, जिस पौड़ी का पाठ आपां सरवण कीता है, ये पौड़ी आनंद साहिब जी देवी 14वीं। धन धन श्री गुरु ग्रंथ साहिब जी देवी पन्ना 917 ते सबाईमान है। ये महान कृपा धन धन श्री गुरु अमरदास जी महाराज ने जो कीती, ये आनंद दी कृपा। आनंद साहिब, आनंद साहिब ये एक जीवन दी जांच। आपां जीवना किस तरह है, जीवन दा असली आनंद किस तरह आवे। पातशाह उन्हां भगतां नूं भगत नहीं कहिंदे जिस तरह जोग धारण कर लेना जां कोई इस तरह का भेख आदि धारण करके इस संसार नूं छड्ड बैठना। पातशाह दी नज़रां दे विच वो भगत हैं जो गुरु महाराज जी की दसी सिक्ख्या गृहस्थ जीवन दे विच रहिंदियां उस सिक्खी दे उत्ते रहत मर्यादा की पालना करदियां उहदे उपर चलदियां एक वधिया जीवन बतीत करते हैं। पातशाह दी नज़रां दे विच वो भगत हैं। भगतां दी चाल निराली किस तरह हो जाती है। आपां अक्सर देखते हैं जदों पातशाह की कृपा होती है कि सिੱਖੀ जीवन अपनाया जाए। हुण सिੱਖੀ जीवन दे विच की है, एक दे नाल जुड़ना, सच ते चलना, एक ओंकार सतनाम। सच ते पैरा देना। जदों तुसीं उस चल रहे पखंडवाद के उपर उस पखंडवाद नूं खंडन करोगे तां वो शक्तियां वो पावरां पहलों तां घर दे विचों ही आवाज़ आवेगी, परिवार दे विचों ही, ये तां भाई बाबा बन चलिया है। पर नहीं, इस तरह नहीं, क्योंकि परिवार जां अपने आले दुआले
ਜਿੰਨਾ ਕੁਝ ਚੱਲ ਰਿਹਾ ਹੈ ਉਹ ਸਾਰਾ ਸਹਿਜ ਤੋਂ ਪਰੇ ਇੱਕ ਭਰਮ ਦੇ ਵਿੱਚ ਚੱਲ ਰਿਹਾ ਹੈ। ਜਿਸ ਤਰ੍ਹਾਂ ਆਪਾਂ ਖੁਦ ਵੀ ਪਿਆਰਿਓ ਇਹ ਭਰਮ ਪਾਲ ਰਹਿੰਦੇ ਹਾਂ ਕਿ ਜੋ ਆਪਾਂ ਕਰ ਰਹੇ ਹਾਂ ਇਹ ਠੀਕ ਹੈ, ਪਰ ਅੰਦਰ ਆਪਣੇ ਕੁਝ ਹੋਰ ਚੱਲ ਰਿਹਾ ਹੁੰਦਾ ਹੈ। ਪਰ ਜਦੋਂ ਉਹ ਗੁਰੂ ਕੇ ਪਿਆਰੇ ਗੁਰਸਿੱਖ ਇਸ ਨੂੰ ਇੱਕ ਕਰਦੇ ਨੇ ਤਾਂ ਸੁਭਾਵਿਕ ਹੀ ਉਹ ਚਾਲ ਦੁਨੀਆ ਦੇ ਨਾਲੋਂ ਵੱਖਰੀ ਹੋ ਜਾਂਦੀ ਹੈ। ਉਸ ਚਾਲ ਦੇ ਅਗੇਂਸਟ, ਉਸ ਚਾਲ ਦੇ ਵਿਰੁੱਧ ਸਾਰਾ ਸਿਸਟਮ, ਕਿਉਂਕਿ ਆਲਾ ਦੁਆਲਾ ਸਾਰਾ ਹੈ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਤੁਹਾਡਾ ਵਿਰੋਧ ਹੋਵੇਗਾ। ਸੱਚ ਤੇ ਚੱਲਣ ਲੱਗਿਆਂ ਇਸ ਭਾਵਨਾ ਬਣੀ ਰਹਿੰਦੀ ਹੈ। ਜਿਸ ਤਰ੍ਹਾਂ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਉਹ ਕਿਰਪਾ ਕਿਸ ਤਰ੍ਹਾਂ, ਇਹ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ, ਇਹ ਪਾਤਸ਼ਾਹ ਮੈਨੂੰ ਇਸ ਸੱਚ ਤੇ ਖੜਨ, ਸੱਚ ਤੇ ਚੱਲਣ ਦੀ ਸਮਰੱਥਾ ਬਖਸ਼। ਪਰ ਜਦੋਂ ਪਿਆਰਿਓ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਾਂ ਉਸ ਵਿਖਮ ਮਾਰਗ ਦੇ ਉੱਤੇ, ਔਖੇ ਮਾਰਗ ਤੇ, ਜੋ ਆਮ ਸੰਸਾਰੀਆਂ ਲਈ ਤਾਂ ਔਖਾ ਹੈ ਪਰ ਸੱਚ ਤੇ ਚੱਲਣ ਵਾਲੇ ਲਈ ਇਹ ਔਖਾ ਨਹੀਂ ਹੁੰਦਾ। ਉਹ ਆਪਣੇ ਅੰਦਰ ਨੂੰ ਪਹਿਚਾਣ ਲੈਂਦਾ ਹੈ, ਕਿਉਂਕਿ ਇਹੀ ਮੁਕਤੀ, ਇਹੀ ਜੁਗਤੀ ਹੈ ਕਿ ਆਪਾਂ ਇੱਕ ਦੇ ਨਾਲ ਜੁੜਨਾ, ਆਪਣੇ ਅੰਦਰ ਦੇ ਨਾਲ। ਉਹ ਕਿਸ ਤਰ੍ਹਾਂ, ਜਿਸ ਤਰ੍ਹਾਂ ਆਪਾਂ ਕਿਸੇ ਨੂੰ ਆਖ ਦਈਏ ਭਾਈ ਆਪਾਂ ਕੱਲ ਨੂੰ ਮਿਲਦੇ ਹਾਂ, ਹੁਣ ਪਤਾ ਤੇ ਹੈ ਕਿ ਮੈਂ ਕਹਿ ਤੇ ਦਿੱਤਾ ਕੱਲ ਨੂੰ ਦੇਖੀ ਜਾਏ। ਇਸੇ ਪੁਆਇੰਟ ਤੇ, ਇਸੇ ਸ਼ਬਦ ਤੇ, ਇਸੇ ਸੂਤਰ ਤੇ ਇਹ ਯਾਦ ਰੱਖਣਾ ਹੈ, ਆਪਾਂ ਇਸ ਨੂੰ ਪਕੜਨਾ ਹੈ, ਸ਼ਬਦ ਨੂੰ ਕੰਟਰੋਲ, ਕਿਉਂਕਿ ਸਿੱਖ ਦਾ ਸ਼ਬਦ ਹੀ ਗੁਰੂ ਹੈ। ਜਦੋਂ ਇਸ ਤੇ ਗੁਰਸਿੱਖ ਪਿਆਰੇ ਚੱਲਣ ਲੱਗਦੇ ਹਨ ਤਾਂ ਇੱਕ ਹੋਰ ਵਿਰੋਧ ਉੱਠਦਾ ਹੈ। ਉਹ ਕੀ ਹੈ? ਲਵ, ਲੋਭ, ਹੰਕਾਰ। ਹੁਣ ਜਿਤਨਾ ਵੀ ਇਹ ਪਸਾਰਾ ਚੱਲ ਰਿਹਾ ਹੈ ਇਹ ਚਾਹਤ ਦੇ ਉੱਪਰ ਹੀ ਹੈ। ਪਾਤਸ਼ਾਹ ਨੇ ਬੜੀ ਮਹਾਨ ਕਿਰਪਾ, ਪਾਤਸ਼ਾਹ ਨੇ ਸਾਨੂੰ ਕੁਝ ਵੀ ਛੱਡਣ ਲਈ ਨਹੀਂ ਆਖਿਆ। ਪਾਤਸ਼ਾਹ ਤੇ ਆਖਦੇ ਹਨ ਭਾਈ ਤੂੰ ਇਹਨਾਂ ਦੇ ਵਿੱਚੋਂ ਹੀ ਹੈ, ਤੂੰ ਖੁਦ ਹੀ ਉਹ ਪਰਮ ਆਤਮਾ ਹੈ, ਪਰ ਤੂੰ ਆਤਮਾ ਨੂੰ ਮਿਲਣਾ ਨਹੀਂ ਚਾਹੁੰਦਾ। ਉਸ ਦੇ ਵਿੱਚ ਆਉਣ ਵਾਲੇ ਜਿਹੜੇ ਕਿ ਆਪਾਂ ਨੂੰ ਜ਼ਿੰਦਗੀ ਜੀਣ ਦੇ ਵਿੱਚ ਸਹਾਈ ਹੋਣੇ ਹਨ, ਸਹਾਈ ਹੁੰਦੇ ਹਨ, ਪਰ ਆਪਾਂ ਉਹਨਾਂ ਦੀ ਵਰਤੋਂ, ਉਹਨਾਂ ਦੀ ਅਧੀਨਗੀ ਇਤਨੀ ਕਰ ਲਈ ਹੈ, ਜਦੋਂ ਕੋਈ ਚੀਜ਼ ਆਪਾਂ ਨੂੰ ਚਾਹੀਦੀ ਹੋਵੇ, ਜ਼ਰੂਰਤ ਹੈ, ਪਰ ਉਸ ਦੀ ਚਾਹਤ ਇਸ ਕਦਰ ਤੱਕ ਵੱਧ ਜਾਵੇ, ਘਰ ਦੇ ਵਿੱਚ ਹੀ ਪ੍ਰਸ਼ਾਦਾ ਛਕਦੇ ਹਾਂ, ਇੱਕ ਪ੍ਰਸ਼ਾਦਾ ਛਕਿਆ
ਦੋ ਛਕੇ, ਪਰ ਪੇਟ ਭਰ ਗਿਆ, ਪਰ ਅਜੇ ਰਸ ਲੈਣ ਨੂੰ ਦਿਲ ਹੋਰ ਕਰੀ ਜਾ ਰਿਹਾ ਹੈ। ਤਾਂ ਉਹ ਲਾਲਸਾ ਜੋ ਹੈ, ਉਹ ਲਾਲਸਾ ਕਈ ਰੂਪਾਂ ਦੇ ਵਿੱਚ, ਛੋਟੀ ਗੱਡੀ ਹੈ, ਵੱਡੀ ਗੱਡੀ ਚਾਹੀਦੀ ਹੈ, ਮਕਾਨ ਹੈ, ਬਹੁਤ ਵਧੀਆ ਹੈ, ਰਹਿ ਰਹੇ ਹਾਂ, ਪਰ ਨਹੀਂ, ਲਾਲਸਾ ਕੀ ਹੈ ਕਿ ਇਸ ਤੋਂ ਵੱਡਾ ਹੋਵੇ। ਸ਼ੱਕ ਹੁੰਡ ਰਹੇ ਹਾਂ, ਪਲਾਨ ਸ਼ਾਮ ਦਾ ਬਣ ਰਿਹਾ ਹੈ। ਸੋ ਇਹ ਇਤਨੇ ਪ੍ਰਬਲ ਇਸ ਕਦਰ ਤੱਕ ਵੱਧ ਜਾਂਦੇ ਹਨ ਕਿ ਆਪਾਂ ਕੀ ਲੋਚਦੇ ਹਾਂ ਕਿ ਇਹ ਸਿਸਟਮ ਸਾਡੇ ਅਧੀਨ ਚੱਲੇ, ਜੋ ਮੈਂ ਕਿਹਾ ਉਹ ਪੂਰਾ ਹੋਵੇ। ਕੰਮਾਂ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ, ਅਗਰ ਤੁਸੀਂ ਕਿਸੇ ਦੀ ਗੱਲ ਨਹੀਂ ਮੰਨਦੇ ਤਾਂ ਉਹ ਨਾਰਾਜ਼ ਹੋ ਜਾਵੇਗਾ। ਨਾਰਾਜ਼ਗੀ ਦਾ ਕਾਰਨ ਕਿ ਉਹਦੀ ਗੱਲ ਨਹੀਂ ਮੰਨੀ। ਅਗਰ ਮੰਨ ਲਈ ਜਾਂ ਕਹਿ ਲਓ ਕਿ ਆਪਣੀ ਇੱਛਾ ਪੂਰੀ ਹੋ ਗਈ, ਤਾਂ ਫਿਰ ਕੀ ਉਪਜਦਾ ਹੈ? ਹੰਕਾਰ। ਹੰਕਾਰ ਕਿ ਮੈਂ ਇਸ ਤਰ੍ਹਾਂ ਕਿਹਾ ਸੀ, ਮੇਰਾ ਕਿਹਾ ਪੂਰਾ ਹੋਇਆ। ਮੈਂ ਇਸ ਤਰ੍ਹਾਂ ਸਕੀਮ ਲਾਈ ਸੀ, ਮੈਂ ਇਤਨਾ ਬੜਾ ਵਪਾਰ ਕਰ ਲਿਆ। ਕਿਸੇ ਵੀ ਰੂਪ ਦੇ ਵਿੱਚ ਹੁਣ ਹੰਕਾਰ ਜਦ ਉਪਜੇਗਾ, ਫਿਰ ਸੱਚ ਕਿੱਥੇ, ਫਿਰ ਤੂੰ ਕਿੱਥੇ? ਉੱਥੇ ਸਿਰਫ ਮੈਂ ਹਾਂ। ਮੈਂ ਔਰ ਮੈਂ ਨੂੰ ਤਾਂ ਆਪਣੇ ਅਧੀਨ ਲੈ ਕੇ ਆਉਣਾ ਹੈ। ਉਹ ਹੁਣ ਕਿਸ ਤਰ੍ਹਾਂ ਲੈ ਕੇ ਆਈਏ? ਜਿਸ ਪੁਆਇੰਟ ਤੇ ਆ ਕੇ ਆਪਾਂ ਇਹ ਭੁੱਲ ਜਾਂਦੇ ਹਾਂ ਕਿ ਇਹ ਸਰੀਰ ਹੈ ਸਾਡਾ, ਪਰ ਕਿਤੇ ਨਾ ਕਿਤੇ ਜੋ ਅੰਦਰ ਆਵਾਜ਼ ਆਉਂਦੀ ਹੈ, ਉਸ ਨੂੰ ਅਸੀਂ ਲਗਾਤਾਰ ਉਸ ਨੂੰ ਦਬਾਉਂਦੇ ਰਹਿੰਦੇ ਹਾਂ। ਅੰਦਰੋਂ ਆਵਾਜ਼ ਜ਼ਰੂਰ ਆਉਂਦੀ ਹੈ ਕਿ ਭਾਈ ਇਸ ਤਰ੍ਹਾਂ ਨਹੀਂ, ਪਰ ਇਹ ਸਾਰੇ ਕੰਬਾਈਨਡ ਇਕੱਠੇ ਹੀ ਹਨ। ਲੱਗਦਾ ਹੈ ਇਹ ਅਲੱਗ ਹਨ। ਲਾਭ, ਲੋਭ, ਹੰਕਾਰ ਇੱਕ ਦੂਸਰੇ ਦੇ ਪੂਰਕ। ਹੋਰ ਇਸ ਤੋਂ ਬਚਿਆ ਕਿਸ ਤਰ੍ਹਾਂ ਜਾਵੇ? ਸੋ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ। ਤਜ ਤ੍ਰਿਸ਼ਨਾ, ਇਹ ਲਗਾਤਾਰ ਚਾਹਤ, ਉਸਦਾ ਲਗਾਤਾਰ ਬਣਿਆ ਰਹਿਣਾ, ਤ੍ਰਿਸ਼ਨਾ ਦੀਆਂ ਉਪਜਾਂ। ਤਜ ਤ੍ਰਿਸ਼ਨਾ, ਇਹ ਤ੍ਰਿਸ਼ਨਾ ਨੂੰ ਮਾਰ ਕੇ, ਔਰ ਮਾਰਨਾ ਕਿਸ ਤਰ੍ਹਾਂ ਹੈ? ਗੁਰਬਾਣੀ, ਗੁਰੂ ਦਾ ਸ਼ਬਦ, ਗੁਰੂ ਦੀ ਕਿਰਪਾ, ਬਹੁਤ ਨਾ ਹੀ ਬੋਲਣਾ। ਪਿਆਰੇ, ਜਿਸ ਸਿੱਖ ਦਾ ਸ਼ਬਦ ਹੀ ਗੁਰੂ ਹੋਵੇ, ਫਿਰ ਉੱਥੇ ਵਾਧੂ ਬੋਲ ਕਿਉਂ? ਉਹ ਪਿਆਰੇ ਵਾਧੂ ਬੋਲ ਨਹੀਂ ਬੋਲਦੇ। ਗੁਰੂ ਦੇ ਹੁਕਮ ਦੇ ਵਿੱਚ ਇੱਕ ਨਾਲ ਜੁੜ ਕੇ ਸੱਚ ਤੇ ਚੱਲਦੇ ਹਾਂ। ਉਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ, हे ਪਾਤਸ਼ਾਹ ਸਾਡੇ ਤੇ ਰਹਿਮਤ ਕਰੋ, ਕਿਰਪਾ ਕਰੋ, ਆਪਣੇ ਲੜ ਲਾਓ। ਕਿਉਂਕਿ ਇਸ ਮਾਰਗ ਤੇ ਚਲਦਿਆਂ ਡਿੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਖੰਨਿਓ ਤਿੱਖੀ, ਵਾਲੋਂ ਨਿੱਕੀ, ਏਤ ਮਾਰਗ ਜਾਣਾ। ਭਾਵ
पता ही नहीं लगता इस मार्ग ते चलदियां जदों तृष्णा चो उपजिया होया हर चीज पूरी हो रही है, हंकार उपजता है। हंकार तो प्यारे हो कि मैं बहुत बड़ा सिख बन गया, मेरा स्वरूप बहुत वधिया हो गया, मैनू देख के बंदे इस तरह कहते होंगे। सो पता ही नहीं लगता किहड़े वेले वो अंदर चलना शुरू हो जाता है, क्योंकि मन है, इसनू पूर्ण आजादी है। चंगा करन दी भी ते बुरे भी ते बुरा करन दी भी। इसे करके ही सच ते चलदियां डिक्कन का खतरा बनया रहिंदा है, क्योंकि आला दुआला अपने आले दुआले सारा ही इस तरह की बनतर है कि उसके विच सुभावना ये बनी रहिंदी है कि सच तो किते भी थिरक ना जाइए, सच तो आपां डोलना चाहिए। सो वो कृपा पातशाह ने करनी है गुर प्रसादी, गुरु का प्रसाद, गुर प्रसादी जिनी आप तजिया हर वासना समानी। गुरु महाराज जी की कृपा नाल अपनियां वासनावां ते काबू पा करके उस पातशाह के सच्चे मार्ग ते आपां चलना है, क्योंकि ये मार्ग देखण चलण बहुत ही सौखा जापदा है, पर ये जिंदगी आपां जिस तरह जींदे हां, आपां नूं बाखूबी ये पता हुंदा है कि जो कर्म आपां कर रहे हैं इसका रिजल्ट की होगा। पर आपां एक भरम, एक अपने आले दुआले बुलबुला, एक कवर बना छड़ते हैं। यकीन जानियो, जे हर आदमी सच बोलना शुरू कर दे तो कितनियां लड़ाइयां पैदा हो जाएंगी। सो तुसी प्यारे हो, ये चिंता नहीं करनी कि मेरे को अब क्यों नहीं हो रहा। पातशाह के चरणों के विच अरदास करो, हे पातशाह कितनी कृपा की है, सिक्खी बख्शी, स्वरूप बख्शिया, ये भी कृपा कर कि जो मैं अपने आप दे नाल नहीं जुड़ सकिया, अपने अंदरले दे नाल नहीं जुड़ सकिया, उन्होंने एक कर लवां। मेरी कहनी ते करनी, आपां आम आखदे हैं कहनी ते करनी एक होनी चाहिए है। हुण एक तां ही होवेगी जे आपां एक नूं मन्नांगे, एक नूं मन्नांगे तां उस सच्चे दी आवाज़ आपां नूं सहज ही सुन पवेगी, जो अंदरों निरंतर आउंदी है। शब्द की सरलता, स्पष्टता, आपां कह दिंदे हां कि आदत कर्म बनाउंदी है।
पर तुसीं आम देखिया होवेगा कि कई वारी ਸਰੂਪ बहुत वधिया होवेगा, दिल खुश हो जाता है कि किन्ने प्यारे किन्ने गुरसिख हैं। पर क्रोध अत दा, हिंकार अत दा। क्यों? क्योंकि प्यारिओ, जद आपां अपने मन दे नाल भी जबरदस्ती करते हैं, एक चीज नूं आपां उस उपर थोप रहे हैं और ये पता ही नहीं लगता भी किस वक्त वो अंदरों जिसनूं आपां जबरदस्ती दबा रहे सी जुबान ते आ गई, अपने भावां विच प्रगट हो गई, गुस्सा प्रगट हो गया, क्योंकि आपां उसनूं सहज नहीं लिया। हुण उसते दो ही कारण हैं, जां तां आपां पातशाह दी बाणी समझ ना सके, जां उसनूं आपां सिर्फ पूजा लई लै लिया। क्योंकि बाणी चलन लई है, प्रैक्टिकल है, ना कि पूजा है। पहले पातशाह धन धन श्री गुरु नानक देव जी महाराज तो लै करके 10वें पातशाह धन धन श्री गुरु गोबिंद सिंह साहिब जी महाराज शहीदियां प्रिंसीपल के लिए लड़ मरना ते खड़ना, बाद दे विच इसे तरह ही सिख योद्धियां की परंपरा, शहीदियां की परंपरा ये की है? ये एक अलग चलना, समा चाहे किस तरह का भी आया, पर गुरु के सिखां ने उसते पहरा दिता। पातशाह की किरपा नाल वो ते चलदियां होया उस सच नूं आन नहीं आते, उस सच ते पहरा दिता। सो प्यारिओ, फिर डर किस बात का? एक क्रांति तानू अपने अंदर लैके आनी है, लैके आनी पवेगी। अगर तुसी जिथे पातशाह ने इन्ना वधिया किरपा, इन्ना वधिया स्वरूप, उसके नाल अगर आपां अपने आप नूं पहचान लईए, वो पहचानना गुरु दे शब्द राहीं, पातशाह दा सिमरन, उसनूं अपनी जिंदगी विच ढालना, लै करके आउणा। सो पातशाह किरपा करन। कहे नानक चाल भगतां जुगो जुग नराले। समा किस तरह का भी होवे, किस तरह का भी आवे, तुसीं अपने अंदर तो मुख नहीं मोड़ना। इसनूं अपनी एक जिंदगी का हिस्सा बनाना है। साफ कहो, भाई पातशाह किरपा करी मिलांगे, पर मैं तैनूं कल नहीं मिलांगा। अगला चाहे लख आखे, नहीं आ जाना टाइम कट के। जदों तुसीं कोई विचार मिडल दे विच छड़ दिंदे हो, जां करांगे जां देखांगे, ये तुहाडे आनंद नूं भंग करन दा कारण बनदा है। ताईं तां पातशाह किरपा करदे ने कि आनंद भया मेरी माए, सतगुरु मैं पाया। ये आनंद की किरपा, इसका आपां अगे विचार करांगे। पातशाह ता किरपा करते हैं, ये नेत्रो मेरियो, ये सर्वनो मेरियो, ये रसना। क्यों? ये सारियां नूं अपने अधीन लैके आउणा,
इन्हां रसां नूं अपने अधीन छड्डना किसी ने नहीं। ना ही ये डरना चाहिए है कि लै भाई मैं जे खावांगा ना तो किस तरह जियांगा। छड्डण नूं पातशाह कुछ नहीं आखदे। पातशाह तो कृपा करते हैं कि तुसीं इन्हां दा आनंद लैंदियां होइआं अंदर नूं पहचानो। डबल स्टैंडर्ड बंद करना है सरल शब्दों में, तो वो असली आनंद प्राप्त होगा प्यारे। जो पातशाह ने धन श्री गुरु अमरदास जी महाराज ने अपार कृपा की है, इसका विचार आप आने वाले समय में करांगे। पातशाह कृपा करन सारिਆਂ ते, वो आनंद, वो महा आनंद की कृपा कर। बाणी पढ़दे सुनदे सिमरन करदे उस वक्त ध्यान रहे पातशाह सारिਆਂ ते रहमता कर। पातशाह सारिਆਂ उपर यह रहमता कर। श्री वाहिगुरू जी का खालसा, श्री वाहिगुरू जी की फतेह।